हाँ जी, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। BVS ਅਕੈਡਮੀ ਦੇ ਵਿੱਚ ਬਠਿੰਡਾ ਦੀ ਤੁਹਾਡਾ ਸਵਾਗਤ ਹੈ। ਤਾਂ ਅੱਜ ਤੁਹਾਡੇ ਲਈ ਬਹੁਤ ਹੀ ਜ਼ਬਰਦਸਤ ਕਲਾਸ ਜੋ ਲੈ ਕੇ ਆਏ ਆਂਗੇ, ਤਾਂ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਤੁਸੀਂ ਐਂਡ ਤੱਕ ਕਲਾਸ ਦੇ ਵਿੱਚ ਬਣੇ ਰਹਿਣਾ। ਬਹੁਤ ਵਧੀਆ ਕਲਾਸ ਹੈ। ਤਾਂ ਇਸ ਕਲਾਸ ਨੂੰ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸ਼ੁਰੂਆਤ ਕਰਦੇ ਹਾਂ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ BVS ਅਕੈਡਮੀ ਤੁਹਾਡੇ ਲਈ ਬਹੁਤ ਹੀ ਵਧੀਆ ਮਾਸਟਰ ਕੇਡਰ ਦੀ, PS ਟੈਟ ਦੀ, UGC ਨੈਟ ਦੀ ਪਰ ਆਲ ਐਗਜ਼ਾਮ ਜੋ ਪੰਜਾਬ ਗਵਰਨਮੈਂਟ ਦੇ ਲਈ ਜ਼ਰੂਰੀ ਹੈ ਪੰਜਾਬੀ ਦੇ ਲਈ, ਤਾਂ ਉਹ ਤੁਹਾਡੇ ਲਈ ਮੌਕਾ ਹੈ। ਆਫਲਾਈਨ ਆਨਲਾਈਨ ਇਹ ਕਲਾਸਿਸ ਹੈ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ, ਬੈਚ ਸਟਾਰਟ ਹੋ ਚੁੱਕਿਆ ਹੈ। ਤਾਂ ਮੋਸਟ ਵੈਲਕਮ, ਜੀ ਆਇਆਂ ਨੂੰ ਤੁਹਾਡੇ ਲਈ। ਤਾਂ ਇਸ ਦੇ ਲਈ ਜ਼ਿਆਦਾ ਜਾਣਕਾਰੀ ਲਈ ਆਫਲਾਈਨ ਕਲਾਸ ਦੇ ਵਿੱਚ ਆਨਲਾਈਨ ਕਲਾਸ ਦੇ ਲਈ 9815003663 ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਔਰ ਆਓ ਆਪਾਂ ਕਲਾਸ ਦੀ ਸ਼ੁਰੂਆਤ ਕਰੀਏ। ਅੱਜ ਜੋ ਆਪਾਂ ਪੜ੍ਹਨਾ ਹੈ ਤਾਂ ਬੱਚਿਓ ਪੜਾਂਗੇ ਅਧਿਆਤਮ ਕਾਵ। ਅਧਿਆਤਮ ਕਾਵ ਹੈ ਜਿਹੜਾ, ਇਹ ਪੰਜਾਬ ਗਵਰਨਮੈਂਟ ਦੀ ਜੌਬ ਦੇ ਲਈ, ਮਾਸਟਰ ਕੇਡਰ ਦੇ ਲਈ, PS ਟੈਟ ਦੇ ਲਈ ਬਹੁਤ ਹੀ ਮਹੱਤਵਪੂਰਨ ਰੱਖਦੀ ਹੈਗੀ ਜਾਣਕਾਰੀ, ਤੇ ਇਹ ਜਾਣਕਾਰੀ ਆਪਾਂ ਅੱਜ ਸਾਂਝੀ ਕਰਾਂਗੇ ਤੁਹਾਡੇ ਨਾਲ। ਅਧਿਆਤਮਕ ਕਾਵ ਦਾ ਮਤਲਬ ਹੈ ਜੋ ਗੁਰੂਆਂ ਦੁਆਰਾ ਉਹਨਾਂ ਦੇ ਵਿਚਾਰਾਂ ਦੇ ਨਾਲ, ਜੋ ਗੁਰਬਾਣੀ ਦੇ ਨਾਲ ਸੰਬੰਧਿਤ ਹੈ, ਉਸ ਨੂੰ ਅੱਜ ਆਪਾਂ ਤੁਹਾਡੇ ਸਾਹਮਣੇ ਸਾਂਝਾ ਕਰਾਂਗੇ। ਆਓ ਆਪਾਂ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਇਹ ਗੁਰੂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਨੇਗੇ, ਤੇ ਸਿੱਖ ਗੁਰੂ ਜੋ ਸਿਲੇਬਸ ਦੇ ਅਕੋਰਡਿੰਗ ਆਪਾਂ ਸਭ ਬਾਰੇ ਪੜਾਂਗੇ। ਤਾਂ ਆਓ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਜਾਣਕਾਰੀ ਲਈਏ। ਤਾਂ ਗੁਰਮਤਿ ਕਾਵਿ ਦਾ ਪਹਿਲਾ ਕਵੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ। ਤਾਂ ਬੱਚਿਓ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੋ ਆਪਣੇ, ਮੈਂ ਤੁਹਾਨੂੰ ਪਹਿਲੇ ਹੀ ਚੀਜ਼ ਦਿਖਾ ਦਿੱਤੇ ਨੇਗੇ ਕਵੀ ਨੇ, ਇਹਨਾਂ ਦੇ ਜੀਵਨ ਕਾਲ ਬਾਰੇ, ਇਹਨਾਂ ਦੇ ਖੇਤਰ ਦੇ ਬਾਰੇ ਵਿੱਚ, ਇਹਨਾਂ ਦੇ ਖੇਤਰ ਦੀ ਗੱਲ ਕਰੀਏ ਆਪਾਂ, ਜਿਵੇਂ ਅੰਮ੍ਰਿਤਸਰ ਹੈ, ਫਿਰ ਸ਼ੇਖੂਪੁਰ ਹੈ, ਤਾਂ ਫਿਰ ਇਹ ਮਾਝਾ, ਮਾਲਵਾ, ਦੁਆਬਾ, ਪੁਆਧ ਕਿਹੜੇ ਏਰੀਏ ਦੇ ਵਿੱਚ ਆਉਂਦਾ, ਕਿਹੜੇ ਖੇਤਰ ਦੇ ਵਿੱਚ ਆਉਂਦਾ, ਇਸ ਤਰ੍ਹਾਂ 20 ਕੁਐਸਚਨ ਪੁੱਟ ਹੋ ਜਾਂਦਾ ਹੈ। ਤਾਂ ਉਹ ਵੀ ਆਪਾਂ ਅੱਜ ਸਾਂਝਾ ਕਰਾਂਗੇ ਤੁਹਾਡੇ ਨਾਲ। ਤਾਂ ਇਹ ਜੀਵਨ ਕਾਲ ਦੀ ਗੱਲ ਕਰੀਏ, ਸ੍ਰੀ ਗੁਰੂ ਨਾਨਕ ਦੇਵ ਜੀ, ਫਿਰ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ, ਇਹ ਆਪਣੀ ਸਿਲੇਬਸ ਦਾ ਅਹਿਮ ਪਾਰਟ ਹੈ। ਤਾਂ ਆਪਾਂ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਕਾਲ ਹੈ ਜੋ 1469 ਤੋਂ ਲੈ ਕੇ 1539 ਈਸਵੀ ਤੱਕ ਦਾ ਜੀਵਨ ਕਾਲ ਹੈ, ਤੇ ਸ਼ੇਖੂਪੁਰਾ ਦੇ ਨਾਲ ਸੰਬੰਧਿਤ ਹੈ, ਤਾਂ ਜਿਹੜਾ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ। ਤਾਂ ਇਸ ਕਰਕੇ ਤੁਸੀਂ ਇਸ ਜੀਵਨ ਕਾਲ ਨੂੰ ਧਿਆਨ ਦੇ ਵਿੱਚ ਰੱਖਣਾ। 1469 ਤੋਂ ਲੈ ਕੇ 1539 ਈਸਵੀ। ਤਾਂ ਹੁਣ ਦੂਸਰੇ ਗੁਰੂ ਕਵੀ ਦੀ ਗੱਲ ਕਰੀਏ, ਸ੍ਰੀ ਗੁਰੂ ਅਮਰਦਾਸ ਜੀ, ਜਿਨ੍ਹਾਂ ਦਾ ਜੀਵਨ ਕਾਲ ਹੈ 1479 ਤੋਂ ਲੈ ਕੇ 1574 ਈਸਵੀ ਤੱਕ। ਤਾਂ ਬੱਚਿਓ ਇਹ ਜੀਵਨ ਕਾਲ ਦੇ ਬਾਰੇ ਵਿੱਚ ਇੱਕ ਕੁਐਸਚਨ ਹੈ ਜਿਹੜਾ ਬਣਦਾ ਹੀ ਬਣਦਾ ਹੁੰਦਾ ਹੈ। ਤਾਂ ਇਹਨਾਂ ਦਾ ਸੰਬੰਧ ਹੈ ਜਿਹੜਾ ਰਿਲੇਟਡ ਹੈ ਅੰਮ੍ਰਿਤਸਰ ਦੇ ਨਾਲ। ਅਗਲੇ ਨੈਕਸਟ ਗੁਰੂ ਕਵੀ ਦਾ ਜੀਵਨ ਕਾਲ ਹੈ ਸ੍ਰੀ ਗੁਰੂ ਅਰਜਨ ਦੇਵ ਜੀ। ਸ੍ਰੀ ਗੁਰੂ ਅਰਜਨ ਦੇਵ ਜੀ 1563 ਤੋਂ ਲੈ ਕੇ 1606 ਈਸਵੀ ਤੱਕ ਦਾ ਜੀਵਨ ਕਾਲ ਹੈ। ਤਾਂ ਅੰਮ੍ਰਿਤਸਰ ਦੇ ਨਾਲ ਸੰਬੰਧ ਹੈ। ਗੋਇੰਦਵਾਲ, ਅੰਮ੍ਰਿਤਸਰ ਦੇ ਵਿੱਚ ਹੀ ਨਗਰ ਹੈ ਗੋਇੰਦਵਾਲ, ਤਾਂ ਉੱਥੋਂ ਦਾ ਜਨਮ ਹੈ। ਫਿਰ ਦੇਖੀਏ ਆਪਾਂ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਲਿਖਾਈ ਦਾ ਕੰਮ ਕੀਤਾ ਗਿਆ, ਰਚਨਾ ਦਾ ਕੰਮ ਕੀਤਾ ਗਿਆ, ਤਾਂ ਇਹਨਾਂ ਦੀ ਬਾਣੀ ਹੈ ਜਿਹੜੀ ਉਹ ਕਿੱਥੇ ਦਰਜ ਹੈਗੀ, ਅੰਦਰ ਨਹੀਂ ਹੈਗੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ। ਉਹ ਆਪਾਂ ਇਹਨਾਂ ਦੇ ਟੌਪਿਕ ਮੁਤਾਬਕ ਆਪਾਂ ਗੱਲ ਨੂੰ ਕਲੀਅਰ ਕਰਾਂਗੇ, ਜਿਵੇਂ ਜਿਵੇਂ ਕਲਾਸ ਦੇ ਵਿੱਚ ਆਪਾਂ ਕਲਾਸ ਲਈ ਚੱਲਾਂਗੇ। ਤਾਂ ਇਹਨਾਂ ਦਾ ਭਾਈ ਗੁਰਦਾਸ ਜੀ ਦਾ 1559 ਤੇ 1637 ਈਸਵੀ ਤੱਕ ਦਾ ਜਿਹੜਾ ਜੀਵਨ ਕਾਲ, 1559 ਤੋਂ ਲੈ ਕੇ 1637 ਈਸਵੀ, ਅੰਮ੍ਰਿਤਸਰ ਦੇ ਵਿੱਚ ਹੋਇਆ ਜਨਮ ਇਹਨਾਂ ਦਾ, ਗੋਇੰਦਵਾਲ। ਤਾਂ
ਇਹ ਜਿਹੜੀ ਪਹਿਲੀ ਜਾਣਕਾਰੀ ਸੀ ਬੱਚੇ, ਇਹਦੇ ਨਾਲ ਜਿਹੜਾ ਕੁਐਸਚਨ ਹੈਗਾ ਉਹ ਜੀਵਨ ਕਾਲ ਨਾਲ ਸੰਬੰਧਿਤ ਤੇ ਖੇਤਰ ਦੇ ਨਾਲ ਸੰਬੰਧਿਤ ਪੁੱਛਿਆ ਜਾਂਦਾ ਹੈ। ਤਾਂ ਕਿਹੜੇ ਗੁਰੂ ਕਵੀ, ਕਿੱਥੋਂ ਦੇ ਜੰਮਪਲ ਨੇ, ਕਿਹੜੀ ਤਰੀਕ ਹੈ ਜਨਮ ਤਰੀਕ, ਤੇ ਕਿੱਥੋਂ ਤੱਕ ਉਹਨਾਂ ਦਾ ਜੀਵਨ ਕਾਲ ਚੱਲਿਆ। ਫਿਰ ਗੁਰਗੱਦੀ ਬਾਰੇ ਵੀ ਪੁੱਛਿਆ ਜਾਂਦਾ ਹੈ। ਫਿਰ ਅੰਦਰੂਨੀ ਤੌਰ ਤੇ ਜਾਵਾਂਗੇ, ਬਾਣੀਆਂ ਦੇ ਬਾਰੇ ਵਿੱਚ ਵੀ ਹੈਗਾ। ਤਾਂ ਆਓ ਆਪਾਂ ਹੁਣ ਨੈਕਸਟ ਗੱਲ ਕਰੀਏ। ਸ੍ਰੀ ਗੁਰੂ ਨਾਨਕ ਦੇਵ ਜੀ ਪਾਕਿਸਤਾਨ ਸੇਖੂਪੁਰਾ ਦੇ ਵਿੱਚ ਇਹਨਾਂ ਦਾ ਜਨਮ ਹੈ ਜਿਹੜਾ। ਬਾਣੀ ਦੀ ਰਚਨਾ ਦੀ ਗੱਲ ਕਰੀਏ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। 19 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈਗੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਤਾਂ ਰਾਗਾਂ ਦੇ ਬਾਰੇ ਵਿੱਚ ਵੀ ਕੁਐਸਚਨ ਆਉਂਦਾ ਹੈਗਾ ਜਿਹੜਾ, ਇਹ ਯਾਦ ਰੱਖਿਓ। 19 ਰਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਰਚਨਾ ਕੀਤੀ ਹੈ ਜਿਹੜਿਆਂ 'ਚ। ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕਿੰਨੇ ਨੇ? ਸ਼ਬਦ 974 ਤੋਂ ਲੈ ਕੇ 2949 ਬੰਦ ਨੇ। ਤੇ ਸ਼ਬਦ ਹੈ ਜਿਹੜੇ, ਓਨਲੀ ਸ਼ਬਦਾਂ ਦੀ ਗੱਲ ਕਰੀਏ ਆਪਾਂ ਤਾਂ ਇਹ 974 ਤੁਸੀਂ ਨੋਟ ਕਰ ਲੈਣੇ ਆ, ਯਾਦ ਰੱਖਣੇ ਆ। ਤੇ ਬੰਦ ਨੇ ਜਿਹੜੇ ਕਿਹਨਾਂ ਦੇ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2949 ਬੰਦ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਤੇ ਕਾਵ ਰੂਪ ਦੀ ਗੱਲ ਕਰੀਏ, ਇਹਨਾਂ ਨੇ ਜਿਹੜੀ ਗੁਰਬਾਣੀ ਦੀ ਰਚਨਾ ਕੀਤੀ ਹੈ ਬਾਣੀ ਦੀ, ਉਹ ਸ਼ਲੋਕਾਂ ਦੇ ਰੂਪ ਵਿੱਚ ਕੀਤੀ, ਛੰਦ, ਛੋਲੇ, ਫਿਰ 12ਵਾਂ, ਅਸ਼ਟਪਦੀਆਂ। ਤਾਂ ਇਹਨਾਂ ਨੂੰ ਆਪਾਂ ਕਾਵ ਰੂਪ ਕਹਿ ਦਿੰਦੇ ਹਾਂ। ਇਹਨਾਂ ਚੋਂ ਕੋਈ ਵੀ ਇੱਕ ਕਾਵ ਰੂਪ ਪਾ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਵੀ ਇਸ ਦਾ ਜਿਹੜਾ ਕਿਹੜਾ ਰੂਪ ਹੈ, ਸ਼ਲੋਕ ਹੈ, ਸੰਦ ਹੈ, ਸੋਲੇ ਹੈ, 12 ਹੈ, 12ਵਾਂ ਨੇ, ਇਸ ਤਰ੍ਹਾਂ ਦੀ ਗੱਲ ਕਰੀਏ। ਫਿਰ ਇੱਥੇ ਇਹ ਆ ਗਈਆਂ ਅਲਾਉਣੀਆਂ। ਅਲਾਉਣੀਆਂ 5 ਨੇ ਰਾਜੇ। 5 ਲਾਉਣੀਆਂ ਦੀ ਗਿਣਤੀ ਯਾਦ ਰੱਖਣੀ ਹੈ ਤੇ ਵਡਹੰਸ ਰਾਗ ਦੇ ਵਿੱਚ ਨੇ। ਇਹਨਾਂ ਦੀ ਰਚਨਾ ਕਾਹਦੇ 'ਚ ਕੀਤੀ ਹੋਈ ਹੈ? ਵਡਹੰਸ ਰਾਗ ਦੇ ਵਿੱਚ। ਤਾਂ 5 ਅਲਾਉਣੀਆਂ ਗਿਣਤੀ ਦੇ ਵਿੱਚ। ਤਾਂ ਇਸ ਤਰ੍ਹਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ, ਮਹੱਤਵਪੂਰਨ ਜਾਣਕਾਰੀ ਹੈ। ਤਾਂ 19 ਰਾਗ ਯਾਦ ਰੱਖ ਲਿਓ, ਸ਼ਬਦ 974 ਯਾਦ ਰੱਖਿਓ, ਕਾਵ ਰੂਪ ਹੈ ਜਿਨ੍ਹਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈ, ਤੇ ਅਲਾਉਣੀਆਂ ਕਿੰਨੀਆਂ ਨੇ ਤੇ ਉਹ ਕਿਹੜੇ ਰਾਗ ਦੇ ਵਿੱਚ ਨੇ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਅਗਲੀ ਆਪਾਂ ਵੱਡੇ ਆਕਾਰ ਦੀਆਂ ਰਚਨਾਵਾਂ ਦੀ ਗੱਲ ਕਰਦੇ ਹਾਂ। ਵੱਡੇ ਆਕਾਰ ਦੀਆਂ ਰਚਨਾਵਾਂ ਇਹ ਰਜੇ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ। ਕੁਐਸਚਨ ਬਣਦਾ ਇੱਥੋਂ ਵੀ, ਜਪਜੀ ਵੱਡੇ ਆਕਾਰ ਦੀ ਰਚਨਾ, ਤਾਂ ਉੱਥੇ ਪੁੱਛ ਲਿਆ ਜਾਂਦਾ ਹੈ ਗੁਰਬਾਣੀ ਦਾ ਨਾਮ ਦੇ ਕੇ, ਤਾਂ ਉੱਥੇ ਪੁੱਛ ਲਿਆ ਜਾਂਦਾ ਇਹ ਛੋਟੇ ਆਕਾਰ ਦੀ ਹੈ ਜਾਂ ਵੱਡੇ ਆਕਾਰ ਦੀ ਹੈ। ਆਸਾ ਦੀ ਵਾਰ, ਸਿੱਧ ਗੋਸ਼ਟ, 12ਵਾਂ, ਪੱਟੀ, ਥਿੱਤੀ, ਓਂਕਾਰ ਆਦਿ। ਤਾਂ ਇਹ ਸਾਰੀਆਂ ਰਚਨਾਵਾਂ ਹੈ ਵੱਡੇ ਆਕਾਰ ਦੀਆਂ, ਵੱਡ ਆਕਾਰੀ ਰਚਨਾਵਾਂ ਵੀ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਨੈਕਸਟ ਦੇਖਿਓ, ਉਦਾਸੀਆਂ। ਉਦਾਸੀਆਂ ਕੀਤੀਆਂ ਸੀ ਚਾਰੇ ਦਿਸ਼ਾਵਾਂ ਦੇ ਵੱਲ ਗਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ। ਤਾਂ ਇਹਨਾਂ ਦੀ ਪਰ ਸਭ ਤੋਂ ਮਹੱਤਵਪੂਰਨ ਗੱਲ ਹੈ, ਸ਼ੁਰੂਆਤ ਕਿੱਥੋਂ ਹੋਈ ਸੀਗੀ? ਸ਼ੁਰੂਆਤ ਹੋਈ ਸੀ ਸਾਈਦਪੁਰ ਤੋਂ। ਤੇ ਉੱਥੇ ਬੱਚੇ ਇੱਕ ਕੁਐਸਚਨ ਹੋਰ ਪੁੱਟ ਹੁੰਦਾ ਹੈ, ਇਹਨਾਂ ਦੇ ਨਾਲ ਮੇਲ ਹੋਇਆ ਜਿਹੜਾ ਮਲਕ ਭਾਗੋ ਨਾਲ ਸੀਗੇ ਤੇ ਭਾਈ ਲਾਲੋ। ਸਾਈਦਪੁਰ ਤੋਂ ਸ਼ੁਰੂਆਤ ਕੀਤੀ ਤੇ ਮਲਕ ਭਾਗੋ ਤੇ ਭਾਈ ਲਾਲੋ ਇਹਨਾਂ ਦਾ ਨਾਲ ਸਾਥ ਸੀਗਾ, ਇਹਨਾਂ ਦੇ ਨਾਲ ਮਿਲਾਪ ਸੀਗਾ। ਆਜੋ 12ਵਾਂ ਦੀ ਗੱਲ ਕਰੀਏ। 12ਵਾਂ ਦਾ ਰਾਗ ਪੁੱਛਿਆ ਜਾਂਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 12ਵਾਂ ਨੇ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ। ਤਾਂ ਇਹ 12ਵਾਂ ਦੇ ਕੇ ਕਈ ਵਾਰੀ ਉਹਨਾਂ ਦਾ ਰਾਗ ਪੁੱਛ ਲਿਆ ਜਾਂਦਾ ਹੈ ਤੇ ਕਈ ਵਾਰੀ ਤਾਂ ਇਹ ਜਿਹੜਾ ਹੈਗਾ 12ਵਾਂ ਇਹ ਕਿੰਨਾ ਦਾ ਹੈ ਤਾਂ ਉਹ ਵੀ ਪੁੱਛ ਲਿਆ ਜਾਂਦਾ ਹੈ। ਤਾਂ ਆਪਾਂ ਨੂੰ ਯਾਦ ਹੋਵੇ 12ਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਰਾਗ ਤੁਖਾਰੀ ਦੇ ਵਿੱਚ ਲਿਖਿਆ ਹੋਇਆ ਹੈ।
ਰਾਗ ਤੁਖਾਰੀ। ਅੱਗੇ ਦੇਖਿਓ, ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ, ਕਿਹਨੂੰ ਕਿਹਾ ਜਾਂਦਾ ਹੈ? ਜਪਜੀ ਸਾਹਿਬ ਜੀ। ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਜਪਜੀ ਸਾਹਿਬ ਨੂੰ। ਤਾਂ ਇੱਥੇ ਇਹ ਸਟੇਟਮੈਂਟ ਦੇ ਦਿੰਦਾ ਹੈ ਐਗਜ਼ਾਮੀਨਰ, ਤਾਂ ਉੱਥੇ ਜਾ ਕੇ ਆਪਸ਼ਨ ਜਿਹਦੇ ਵਿੱਚ ਆਪਾਂ ਨੂੰ ਸੁਖਮਨੀ ਸਾਹਿਬ ਪਾ ਸਕਦੇ ਆਗੇ, ਜਪਜੀ ਸਾਹਿਬ ਪਾ ਸਕਦੇ ਆਗੇ, ਆਸ਼ਾ ਦੀ ਵਾਰ ਪਾ ਸਕਦੇ ਆਗੇ, ਜੋ ਵੀ ਆਪਸ਼ਨ ਜਿਹਦੇ ਵਿੱਚ ਦਿੰਦੇ ਆਗੇ, ਤੇ ਨਾਲ ਹੀ ਜਪਜੀ ਸਾਹਿਬ ਜੀ ਇਹ ਵੀ ਹੋਊਗਾ। ਤਾਂ ਇਸ ਕਰਕੇ ਆਪਾਂ ਨੇ ਯਾਦ ਰੱਖਣਾ ਗੁਰਬਾਣੀ ਦੀ ਕੁੰਜੀ ਹੈ ਜਪਜੀ ਸਾਹਿਬ। ਰਾਗ ਰਹਿਤ ਬਾਣੀ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਕੁਐਸਚਨ ਹੈਗਾ। ਤੇ ਰਾਗ ਰਹਿਤ ਬਾਣੀ ਹੈ ਰਾਜੇ ਜਪਜੀ ਸਾਹਿਬ। ਜਪਜੀ ਸਾਹਿਬ ਕਿਸੇ ਵੀ ਰਾਗ ਦੇ ਵਿੱਚ ਨਹੀਂ ਹੈ। ਤਾਂ ਇਸ ਕਰਕੇ ਤੁਸੀਂ ਇਸ ਨੂੰ ਮਹੱਤਵਪੂਰਨ ਜਾਣਕਾਰੀ ਵਾਸਤੇ ਜ਼ਰੂਰ ਯਾਦ ਰੱਖੋਗੇ। ਤਾਂ ਅੱਗੇ ਆਪਾਂ ਦੇਖੀਏ ਨੈਕਸਟ, ਪਹਿਲੀ ਅਧਿਆਤਮਿਕ ਵਾਰ ਹੈ ਆਸ਼ਾ ਦੀ ਵਾਰ। ਆਸ਼ਾ ਦੀ ਵਾਰ ਨੂੰ ਕਿਹੜੇ ਵਾਰ ਦੀ ਧੁਨੀ ਦੇ ਉੱਤੇ ਜਿਹੜੀਆਂ ਲੋਕ ਵਾਰਾਂ ਨੇ ਉਹਨਾਂ ਤੇ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਤਾਂ ਇਹ ਵਾਰਾਂ ਨੇ ਜਿਹੜੀਆਂ ਆਪਾਂ ਸਾਰੀਆਂ ਵਾਰਾਂ ਦੱਸਾਂਗੇ ਸਾਰੇ ਗੁਰੂਆਂ ਦੀਆਂ, ਕਿਹੜੀ ਵਾਰ ਨੂੰ ਕਿਹੜੀ ਧੁਨੀ ਦੇ ਉੱਤੇ ਗਾਉਣ ਦਾ ਆਦੇਸ਼ ਹੈ। ਪਰ ਇਹ ਦੇਖਿਓ, ਜਿਹੜੀ ਪਹਿਲੀ ਅਧਿਆਤਮਿਕ ਵਾਰ ਹੈ ਉਹ ਆਸ਼ਾ ਦੀ ਵਾਰ ਹੈ, ਤੇ ਟੁੰਡੇ ਆਸਰਜੇ ਦੀ ਵਾਰ ਦੀ ਧੁਨੀ ਦੇ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਤਾਂ ਇੱਥੋਂ ਵੀ ਯਾਦ ਰੱਖ ਲਿਓ ਰਾਜੇ, ਆਸਾ ਦਾ ਮਤਲਬ ਇੱਥੋਂ ਪਤਾ ਲੱਗ ਜਾਂਦਾ ਆਸਰਜੇ, ਤਾਂ ਇਹ ਪਹਿਚਾਣ ਵੀ ਹੈਗੀ ਇੱਕ, ਕਈ ਵਾਰੀ ਚੇਤੇ ਨਹੀਂ ਰਹਿੰਦਾ। ਤਾਂ ਆਸ਼ਾ ਦੀ ਵਾਰ ਹੈ ਤੇ ਆਸਰਜੇ ਦੀ ਵਾਰ ਦੀ ਧੁਨੀ ਤੇ ਹੀ ਗਾਉਣ ਦਾ ਉਦੇਸ਼ ਹੈ। ਤਾਂ ਯਾਦ ਰਹੂਗਾ ਤੁਹਾਡੇ। ਆਓ ਜਪਜੀ ਸਾਹਿਬ ਦੇ ਖੰਡ ਕਿੰਨੇ ਨੇ? ਇਸ ਤੋਂ ਪਹਿਲਾਂ ਸੋਲੇ ਦੇਖਿਓ। ਸੋਲੇ ਆਪਾਂ ਦੇਖੇ ਸੀ ਨਾ ਕਾਵਿ ਰੂਪ ਦੇ ਵਿੱਚ, ਸੋਲੇ ਵੀ ਗੁਰਬਾਣੀ ਦੀ ਰਚਨਾ ਹੈ। ਤਾਂ ਇੱਥੇ 22 ਸੋਲੇ ਨੇ ਰਾਜੇ ਟੋਟਲ 22, ਤੇ 10 ਰਾਗ ਮਾਰੂ ਦੇ ਵਿੱਚ ਨੇ ਤੇ 12 ਰਾਗ ਦੱਖਣੀ ਮਾਰੂ ਦੇ ਵਿੱਚ ਨੇ। ਤਾਂ ਯਾਦ ਰੱਖਿਓ 22 ਦੇ ਵਿੱਚੋਂ 10 ਮਾਰੂ ਦੇ ਵਿੱਚ ਨੇ, 12 ਹੈਗੇ ਦੱਖਣੀ ਮਾਰੂ ਦੇ ਵਿੱਚ। ਤਾਂ 22 ਹੋ ਗਏ ਕੰਪਲੀਟ। ਅੱਗੇ ਦੇਖਿਓ ਜਪਜੀ ਸਾਹਿਬ ਦੇ ਖੰਡ। ਖੰਡ ਦਾ ਮਤਲਬ ਭਾਵ, ਅੰਗ ਵੀ ਕਹਿੰਦੇ, ਪੰਜ ਅੰਗ, 5 ਖੰਡ ਨੇ। ਪਹਿਲਾ ਆਊਗਾ ਧਰਮ ਖੰਡ। ਇਹਨਾਂ ਦੀ ਸੀਕੁਐਂਸ ਯਾਦ ਰੱਖਿਓ ਰਾਜੇ, ਇਹਨਾਂ ਦੀ ਜਿਹੜੀ ਤਰਤੀਬ ਹੈ, ਤਰਤੀਬ ਆਉਂਦੀ ਹੁੰਦੀ ਹੈ। ਤਾਂ ਤਰਤੀਬ ਨੂੰ ਜ਼ਰੂਰ ਧਿਆਨ ਚ ਰੱਖਿਓ। ਇਸ ਕਰਕੇ ਮੈਂ ਸੀਕੁਐਂਸੀ ਦੇ ਵਿੱਚ ਹੀ ਤੁਹਾਡੇ ਸਾਹਮਣੇ ਇਹ ਦੇ ਰਿਹਾ ਹਾਂ। ਨੰਬਰ 1 ਧਰਮ ਖੰਡ ਆ ਗਿਆ, ਨੰਬਰ 2 ਗਿਆਨ ਖੰਡ ਆ ਗਿਆ, ਨੰਬਰ 3 ਤੇ ਸਰਮ ਖੰਡ ਆ ਗਿਆ, ਨੰਬਰ 4 ਤੇ ਕਰਮ ਖੰਡ ਆ ਗਿਆ, ਨੰਬਰ 5 ਤੇ ਸੱਚ ਖੰਡ ਆ ਗਿਆ। ਸੱਚ ਖੰਡ ਲਾਸਟ ਤੇ ਹੈ। ਤਾਂ ਕਰਮ ਹੈ ਜਿਹੜਾ, ਸੱਚ ਤੋਂ ਪਹਿਲਾਂ ਕਰਮ ਆ ਜਾਂਦਾ ਹੈ, ਤੇ ਕਰਮ ਤੋਂ ਪਹਿਲਾਂ ਸ਼ਰਮ ਆ ਜਾਂਦੀ ਹੈ, ਸ਼ਰਮ ਤੋਂ ਪਹਿਲਾਂ ਗਿਆਨ ਜ਼ਰੂਰੀ ਹੈ। ਜੇ ਗਿਆਨ ਹੋਊਗਾ ਤਾਂ ਫੇਰ ਹੀ ਚੰਗੇ ਮਾੜੇ ਦਾ ਪਤਾ ਲੱਗਦਾ, ਫੇਰ ਹੀ ਆਪਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਜੇ ਆਪਾਂ ਗਲਤ ਕੰਮ ਕਰਦੇ ਹਾਂ ਉਹਦਾ ਗਿਆਨ ਹੋਊਗਾ। ਤਾਂ ਫਿਰ ਗਿਆਨ ਤੋਂ ਪਹਿਲਾਂ ਧਰਮ ਹੈ, ਤੇ ਜੇ ਕਿਸੇ ਦਾ ਧਰਮ ਹੋਊਗਾ, ਦੀਨ ਮਨ ਹੋਊਗਾ, ਤਾਂ ਉਹੀ ਗਿਆਨ ਵੱਲ ਜਾਊਗਾ, ਤੇ ਉਹੀ ਸ਼ਰਮ ਕਰੂਗਾ, ਉਹੀ ਕਰਮ ਚੰਗੇ ਕਰੂਗਾ, ਤੇ ਉਹੀ ਸੱਚ ਵੱਲ ਜਾਊਗਾ। ਤਾਂ ਹੁਣ ਮੇਰੇ ਖਿਆਲ ਮੁਤਾਬਕ ਇਹਨਾਂ ਦੀ ਸੀਕੁਐਂਸੀ ਯਾਦ ਰੱਖਣੀ ਬੜੀ ਸੌਖੀ ਹੋ ਜਾਊਗੀ ਤੁਹਾਡੇ ਲਈ। ਤਾਂ ਆਓ ਆਪਾਂ ਗੱਲ ਕਰੀਏ ਵਿਕਾਰ। ਜਪਜੀ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉੱਥੇ ਵਿਕਾਰ ਵੀ ਹੈ, ਵਿਕਾਰਾਂ ਬਾਰੇ ਵੀ ਗੱਲ ਕੀਤੀ ਗਈ ਹੈ। ਤੇ ਉਹ 5 ਹੀ ਵਿਕਾਰ ਹਨ ਤੇ 5 ਹੀ ਖੰਡ ਹਨ। ਕਾਮ, ਕ੍ਰੋਧ, ਮੋਹ, ਲੋਭ, ਹੰਕਾਰ। ਕਾਮ, ਕ੍ਰੋਧ 2, ਮੋਹ, ਲੋਭ, ਹੰਕਾਰ 3 ਹੋ ਗਏ, 5 ਹੋ ਗਏ। ਤਾਂ 5 ਵਿਕਾਰਾਂ ਨੂੰ ਯਾਦ ਰੱਖਣਾ ਹੈ। ਗੁਣ, ਇੱਕ ਸੰਤ, ਸਤ ਮਤਲਬ ਸੱਚ, ਸਤ ਦਾ ਮਤਲਬ ਹੁੰਦਾ ਪੁੱਤਰ ਸੱਚ। ਫਿਰ ਸੰਤੋਖ ਜਿਹਨੂੰ ਆਪਾਂ ਸਬਰ ਕਹਿ ਦਿੰਦੇ ਆ। ਫਿਰ ਧੀਰਜ, ਪੇਸ਼ੈਂਸ, ਸ਼ਾਂਤੀ ਕਹਿ ਦਿੰਦੇ ਆ ਇਹਨਾਂ ਨੂੰ। ਧਰਮ, ਦਇਆ, ਧਰਮ, ਦਇਆ। ਤਾਂ ਇਹ ਗੁਣ, ਵਿਕਾਰ, ਖੰਡ ਯਾਦ ਰੱਖਿਓ। ਇਹਨਾਂ ਦੀ ਬੜੀ ਮਹੱਤਵਪੂਰਨ ਥਾਂ ਰੱਖਦੇ ਨੇ ਆਪਣੀ ਜਗ੍ਹਾ। ਤਾਂ ਇਹਨਾਂ ਨੂੰ ਆਪਾਂ ਯਾਦ ਰੱਖਾਂਗੇ। ਤਾਂ ਆਜੋ ਅੱਗੇ ਨੈਕਸਟ ਵੱਲ ਚਲੀਏ।